गुच्छा को जला हुआ है, गुच्छा को जला हुआ है। पैसे लग रहे हैं, पैसे लग रहे हैं, इसलिए गुच्छा जला हुआ है। इतना इधर देखो आया चुप ला ली एक लाइन करना सीमट भाई अपना मुक्का वा नहीं तो सीमट दा भी सर जाना सी रेत ते उत्थे पई वैसे तेरा सेंटर बन जाना वो की ठीक है चलो वे लो जेड़ा मजबूती भी हो
चल आ जा। इधर खड़ा ओहो ओए खराब हो जाना इसने। चनिया डेलियां लिया ना इक्की बाई नूं बारिशां दस्सियां। अच्छा जी हाँ जी रोज चलो देखो क्या की कहंदा किधर गया भाजी? शहर गया। मैं पता नहीं भाजी मैनू किधर आए की लैन गए ने 100 काम हुंदे बंदे नूं। मैं दस्सिया मैं टुकरी
ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਲੱਖਾਂ ਤੇ ਕਰੋੜਾਂ ਦਰੂਦ ਹਜ਼ਰਤ ਮੁਹੰਮਦ ਸੱਲੱਲਾਹੁ ਅਲੈहि ਵਸੱਲਮ ਤੇ ਲੱਖਾਂ ਸਲਾਮ ਉਹਨਾਂ ਦੀ ਆਲ ਤੇ ਮੇਰੇ ਸੱਜਣੋ ਬੀਬੀ ਮਿੱਤਰੋ ਅਸਲਾਮ ਵਾਲੇਕੁਮ। ਮੈਂ ਤੁਹਾਡਾ ਆਪਣਾ ਰਾਣਾ ਸ਼ੇਰੀ ਤੁਹਾਨੂੰ ਆਪਣੇ ਚੈਨਲ ਰਾਣਾ ਸ਼ੇਰੀ ਮੜ ਵਲੌਗ ਤੇ ਖੁਸ਼ ਆਮਦੀਦ ਕਹਿੰਦਾ ਵਾਂ। ਜੀ ਮੇਰੇ ਮਿੱਤਰੋ, ਜੈਸੇ ਕਿ ਮੈਂ ਪਹਿਲਾਂ ਤੁਹਾਨੂੰ ਆਪਣੇ ਵਲੌਗ 'ਚ ਦੱਸ ਚੁੱਕਿਆ ਵਾਂ ਕਿ ਸਾਡਾ ਪਿੰਡ ਜਿਹੜਾ ਮੜ ਬਲੋਚਾ, ਇਹ ਪਹਿਲਾਂ ਗੁਲਚਰਨਪੁਰਾ ਹੁੰਦਾ ਸੀ ਸੰਨ 47 ਦੀ ਵੰਡ ਤੋਂ ਪਹਿਲਾਂ। ਅਤੇ ਗੁਲਚਰਨਪੁਰੇ ਦੇ ਵਿੱਚ ਬੜੀਆਂ ਸਿੱਖ ਫੈਮਲੀਆਂ ਰਹਿੰਦੀਆਂ ਸਨ ਅਤੇ ਜਿੱਥੇ ਕਰਕੇ ਅਸੀਂ ਰਹਿੰਦੇ ਹਾਂ ਇੱਥੇ ਵੀ ਇੱਕ ਸਿੱਖ ਫੈਮਲੀ ਦਾ 3 ਮੰਜ਼ਲਾ ਘਰ ਹੁੰਦਾ ਸੀ। ਅਤੇ ਅਸੀਂ ਜਦੋਂ 47 ਦੀ ਵੰਡ ਹੋਈ, ਇੱਥੋਂ ਲਹਿੰਦੇ ਪੰਜਾਬ ਵਾਲੇ ਚੜ੍ਹਦੇ ਪੰਜਾਬ ਨੂੰ ਚਲੇ ਗਏ ਅਤੇ ਚੜ੍ਹਦੇ ਪੰਜਾਬ ਵਾਲੇ ਲਹਿੰਦੇ ਪੰਜਾਬ ਨੂੰ ਚਲੇ ਗਏ। ਅਸੀਂ ਵੀ ਕਰੀਏ ਤੋਂ ਉੱਠ ਕੇ ਅਤੇ ਆ ਕੇ ਗੁਲਚਰਨਪੁਰੇ ਦੇ ਵਿੱਚ ਆਬਾਦ ਹੋ ਗਏ। ਅਤੇ ਅਸੀਂ ਜਦੋਂ ਇੱਥੇ ਆਬਾਦ ਹੋਏ ਅਤੇ ਤਕਰੀਬਨ ਅੱਜ ਤੋਂ 30 ਸਾਲ ਪਹਿਲਾਂ ਸਾਡੇ ਬਜ਼ੁਰਗਾਂ ਨੇ ਜਿਹੜਾ ਇਹ ਮਕਾਨ ਢਾਹ ਕੇ, ਜਿਹੜਾ ਸਿੱਖਾਂ ਦਾ 3 ਮੰਜ਼ਲਾ ਹੁੰਦਾ ਸੀ, ਅਤੇ ਆਪਣੇ ਹਿਸਾਬ ਨਾਲ ਵੰਡ ਪਾ ਕੇ ਅਤੇ ਮਕਾਨ ਬਣਾ ਲਏ। ਅਤੇ 30 ਸਾਲ ਬਾਅਦ ਮੈਂ ਕਿਹਾ ਚਲੋ ਅਸੀਂ ਵੀ ਥੋੜ੍ਹਾ ਬਹੁਤ ਕੰਮ ਸ਼ਮ ਕਰਵਾਈਏ, ਅਤੇ ਫਰਸ਼ ਵਗੈਰਾ ਜਿਹੜੇ ਇਹ ਬਹਿ ਗਏ ਸਨ ਅਤੇ ਮੈਂ ਕਿਹਾ ਇਹਨਾਂ ਦਾ ਕੰਮ ਸ਼ਮ ਕਰਵਾਈਏ। ਜਦੋਂ ਅਸੀਂ ਆਪਣੀ ਬੈਠਕ ਦਾ ਫਰਸ਼ ਪੁੱਟਿਆ ਅਤੇ ਯਕਦਮ ਹੀ ਇੱਥੋਂ ਕਰਕੇ ਇੱਕ ਸੁਰਾਖ ਨਿਕਲ ਆਇਆ। ਅਤੇ ਜਦੋਂ ਸੁਰਾਖ ਨਿਕਲਿਆ ਅਸੀਂ ਹੈਰਾਨ ਪਰੇਸ਼ਾਨ ਹੋ ਗਏ ਕਿ ਪਤਾ ਨਹੀਂ ਕੋਈ ਖਜ਼ਾਨਾ ਨਿਕਲ ਆਇਆ ਵਾ। ਅਤੇ ਮੈਂ ਫਟਾਫਟ ਆਪਣੀ ਮਾਂ ਜੀ ਹੋਰਾਂ ਨੂੰ ਬੁਲਾਇਆ ਅਤੇ ਉਹਨਾਂ ਨੂੰ ਦਿਖਾਇਆ ਕਿ ਇਹ ਸੁਰਾਖ ਯਕਦਮ ਇੱਥੇ ਨਿਕਲ ਆਇਆ ਵਾ ਅਤੇ ਇਹ ਕੀ ਮਾਜਰਾ ਵਾ। ਅਤੇ ਉਹਨਾਂ ਨੇ ਜਦੋਂ ਦੇਖਿਆ ਅਤੇ ਉਹਨਾਂ ਨੇ ਦੱਸਿਆ ਕਿ ਇੱਥੇ ਕਰਕੇ ਪੁਰਾਣੀ ਖੂਹੀ ਹੁੰਦੀ ਸੀ ਸਾਡੇ ਮਕਾਨ ਦੇ ਵਿੱਚ, ਅਤੇ ਇਹ ਖੂਹੀ ਦੀ ਜਗ੍ਹਾ ਵਾ, ਇਹ ਖੂਹੀ ਦੀ ਜਗ੍ਹਾ ਬਹਿ ਗਈ ਆ। ਮੈਂ ਕਿਹਾ ਅੱਛਾ ਇਹ ਖੂਹੀ ਦੀ ਜਗ੍ਹਾ ਵਾ। ਅਤੇ ਵੇਖੋ ਦੋਸਤੋ ਕਿ ਹਜੇ ਵੀ ਉਹ ਜਿਹੜੀਆਂ ਪੁਰਾਣੀਆਂ ਸਿੱਖਾਂ ਵਾਲੀਆਂ ਕੰਧਾਂ ਵਾ, ਉਹ ਚੀਜ਼ਾਂ ਥੱਲੇ ਵੇਖ ਲਓ ਉਸੇ ਤਰ੍ਹਾਂ ਹੀ ਕਾਇਮ ਨੇ। ਉਹ ਦੀਵਾਰਾਂ ਹਜੇ ਤੱਕ ਦੇਖ ਲਓ ਕਿਵੇਂ ਕਾਇਮ ਨੇ। ਥੱਲੇ ਤੁਹਾਨੂੰ ਨਜ਼ਰ ਆਉਂਦੀ ਹੋਣੀ ਕਿ ਕਿਸ ਤਰ੍ਹਾਂ ਉਹ ਦੀਵਾਰ ਬਣੀ ਹੋਈ ਆ। ਅਤੇ ਇਹ ਚੂਨੇ ਦੀ ਚਿਣਾਈ ਦੀ ਜਿਹੜੀ ਉਹ ਦੀਵਾਰ ਬਣੀ ਹੋਈ ਅਤੇ ਹਜੇ ਤੱਕ ਉਹ ਕਾਇਮ ਆ। ਇਹਦੇ ਵਿੱਚੋਂ ਬੜੀਆਂ ਇੱਟਾਂ ਸ਼ਿੱਟਾਂ ਵੀ ਅਸੀਂ ਵੇਖੀਆਂ ਨਿਕਲੀਆਂ ਨੇ। ਅਤੇ ਅਸੀਂ ਤਾਂ ਬੜੇ, ਮੈਂ ਇੱਕ ਵਾਰੀ ਖੁਸ਼ ਹੋ ਗਿਆ। ਮੈਂ ਕਿਹਾ ਲਓ ਜੀ, ਲੋਕਾਂ ਦੇ ਵੀ ਜਿਵੇਂ ਘਰਾਂ 'ਚੋਂ ਖਜ਼ਾਨੇ ਨਿਕਲਦੇ ਆ, ਮੈਂ ਕਿਹਾ ਪਤਾ ਨਹੀਂ ਸਾਡੇ ਘਰੋਂ ਵੀ ਕੋਈ ਖਜ਼ਾਨਾ ਨਿਕਲ ਆਇਆ। ਖੈਰ ਮੇਰੇ ਮਿੱਤਰੋ, ਸਾਡੇ ਕਿਤੇ ਇੱਥੋਂ ਖਜ਼ਾਨਾ ਕੋਈ ਨਾ ਨਿਕਲਿਆ, ਨਾ ਕੋਈ ਸੋਨੇ ਦੀ ਦੇਗ ਨਿਕਲੀ। ਸਾਨੂੰ ਤਾਂ ਜਿਹੜੀਆਂ ਕੋਈ 4 ਇੱਟਾਂ ਵਿੱਚੋਂ ਲੱਭੀਆਂ ਨੇ ਸਿੱਖਾਂ ਦੀਆਂ, ਅਤੇ ਚਲੋ ਅਸੀਂ ਕਿਹਾ ਉਹੀ ਹੁਣ ਆਪਣੇ ਇੱਥੇ ਇਸਤੇਮਾਲ ਕਰ ਲੈਂਦੇ ਹਾਂ। ਇਹ ਵੀ ਖਜ਼ਾਨੇ ਤੋਂ ਘੱਟ ਨਹੀਂ ਕਿ ਪੁਰਾਣੀਆਂ ਇੱਟਾਂ ਸਾਨੂੰ ਲੱਭ ਗਈਆਂ, ਚੂਨੇ ਦੀ ਚਿਣਾਈ ਹੋਈ, ਬੜੀਆਂ ਸਖਤ ਅਤੇ ਬੜੀ ਸਖਤ ਕੰਧਾਂ ਸਨ। ਅਤੇ ਉਸ ਤੋਂ ਇਲਾਵਾ ਦੇਖ ਲਓ ਇਹਦੇ ਵਿੱਚ ਸਾਨੂੰ ਇੱਕ ਹੋਰ ਚੀਜ਼ ਵੀ ਨਜ਼ਰ ਆਈ ਕਿ ਪੁਰਾਣਾ ਬਰਤਨ ਵੀ ਜਿਹੜਾ ਵਾ ਉਹ ਵੀ ਟੁੱਟਾ ਹੋਇਆ ਪਿਆ, ਉਹ ਵੀ ਕਿਤੇ ਇਹਦੇ ਵਿੱਚ ਹੀ ਦੱਬਿਆ ਸੀ। ਇਹ ਪੁਰਾਣੀਆਂ ਚੀਜ਼ਾਂ ਨੇ ਅਤੇ ਹਜੇ ਵੀ ਜਦੋਂ ਵੀ ਸਾਡੇ ਘਰਾਂ ਦੇ ਵਿੱਚ ਖੁਦਾਈਆਂ ਹੁੰਦੀਆਂ ਵਾ ਅਤੇ ਸਿੱਖਾਂ ਦੀਆਂ ਇਸਤੇਮਾਲ ਕੀਤੀਆਂ ਹੋਈਆਂ ਚੀਜ਼ਾਂ ਅੱਜ ਵੀ ਸਾਡੇ ਇਹਨਾਂ ਘਰਾਂ ਤੋਂ ਲੱਭ ਜਾਂਦੀਆਂ ਨੇ। ਕਈਆਂ ਨੂੰ ਕਈ ਵਾਰੀ ਸੰਦੂਕ ਵੀ ਨਿਕਲੇ ਆ, ਕਈ ਕੁਛ ਨਿਕਲਿਆ ਵਾ। ਅਤੇ ਆਹ ਤੁਹਾਡੇ ਸਾਹਮਣੇ ਮੈਂ ਕਿਹਾ ਇਹਨੂੰ ਹੁਣ ਸੁਰਾਖ ਨੂੰ ਚੰਗੀ ਤਰ੍ਹਾਂ ਬੰਦ ਕੀਤਾ ਜਾਵੇ ਅਤੇ ਇਹਨੂੰ ਚੰਗੀ ਤਰ੍ਹਾਂ ਮਿੱਟੀ ਪਾ ਕੇ ਅਤੇ ਕਟਾਈ ਛਟਾਈ ਕਰਕੇ ਇਹਦੇ ਤੋਂ ਹੁਣ ਅਸੀਂ ਮਾਲ ਸ਼ਾਲ ਪਾਵਾਂਗੇ ਅਤੇ ਇਹਨੂੰ ਉੱਤੇ ਪੱਥਰ ਸ਼ੱਥਰ ਲਾਵਾਂਗੇ। ਅਤੇ ਦੋਸਤੋ, ਜੋ ਅੱਲਾ ਪਾਕ ਦਿੰਦਾ ਉਹਦੇ 'ਚ ਖੁਸ਼ ਸਾਨੂੰ ਰਹਿਣਾ ਚਾਹੀਦਾ ਵਾ। ਅਤੇ ਜਿੰਨਾ ਹੋ ਸਕਦਾ ਮੇਰੀ ਇਸ ਵੀਡੀਓ ਨੂੰ ਸ਼ੇਅਰ ਕਰੋ ਕਿ ਸ਼ਾਇਦ ਜਿਹੜੀ ਸਿੱਖ ਫੈਮਿਲੀ ਦਾ ਘਰ ਹੋਵੇ, ਸ਼ਾਇਦ ਉਹਨਾਂ ਤੱਕ ਮੇਰੀ ਆਵਾਜ਼ ਪਹੁੰਚ ਜਾਵੇ। ਤੁਹਾਡਾ ਬਹੁਤ ਜ਼ਿਆਦਾ ਸ਼ੁਕਰੀਆ ਮੇਰੀ ਇਹ ਵੀਡੀਓ ਦੇਖਣ ਦਾ, ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ। ਤੁਹਾਡਾ ਬਹੁਤ ਜ਼ਿਆਦਾ ਸ਼ੁਕਰੀਆ। ਵੀਡੀਓ ਤੁਸੀਂ ਹਰ ਚੀਜ਼ ਦੀ ਚਾੜਦੇ ਕਿ ਨੱਟ ਤੇ ਚਾੜਦੇ? ਨਹੀਂ ਬਾਹਰ ਭੇਜਦੇ। ਚਲੋ ਜਾਓ। ਕਮਰੇ ਨਹੀਂ ਆ ਬਸ। ਹੂੰ ਕਮਰੇ
ਇੱਟਾਂ ਭਾਈ ਥੱਲੇ ਲੈ ਜਾ ਆਹੋ ਥੱਲੇ ਹੀ ਲੈ ਜਾਓ ਉੱਤੇ ਲੋੜ ਤੇ ਨਹੀਂ ਆ ਇੱਕ ਮਿੰਟ ਨਹੀਂ ਲੱਗਾ ਉਹ ਇਧਰੋਂ ਜਿਹੜਾ ਪਿਆ ਵੇ ਉਹ ਚੁੱਕ ਕੇ ਲੈ ਲੈ ਮੈਂ ਜਿਹੜੀ ਢੇਰੀ ਲਾਈ ਉਹ ਲਿਆ ਪੂਰਾ ਮਾਸ਼ਾਅੱਲਾ ਇਸ ਨਾ ਇੱਟਾ ਹੋਰ ਇਹਦਾ ਬਣਾ ਦੇ ਹੈ ਸੰਗ ਲੈ ਲੈਣ ਦੇ ਕਿਤਾਬਾਂ ਆ ਸੰਗ ਲਿਆਉਂਦੀ ਉਹ ਤੁਹਾਨੂੰ ਤਾਂ ਜ਼ਰਾ ਕੰਮ ਸਸਤਾ ਹੈ ਹੂੰ ਮੈਂ ਕਿਹਾ ਬੱਚੀ ਦੀਆਂ ਕਿਤਾਬਾਂ ਨੇ ਪੰਜਵੇਂ ਦੀਆਂ ਲਿਆਉਣੀਆਂ ਅੱਛਾ ਜੀ ਉਹ ਮੈਂ ਲਿਖਾ ਕੇ ਲਿਆਉਂਗਾ ਨਾ ਜੀ ਉਹ ਮੈਂ ਕਿਹਾ ਤੁਹਾਨੂੰ ਕਹਾਂਗਾ ਲਿਆ ਚਲੋ ਠੀਕ ਹੋ ਗਿਆ ਆ ਤੁਹਾਡਾ ਜ਼ਰਾ ਡਿਸਕਾਊਂਟ ਨਹੀਂ ਹੁੰਦਾ ਉਹਦੇ ਵਿੱਚ ਇਹ ਕਿੱਥੇ ਪੜਦੀ ਆ ਪਿੰਡ ਦੀ ਭਾਜੀ ਪ੍ਰਾਈਵੇਟ ਪ੍ਰਾਈਵੇਟ ਸਾਰਾ ਦੇ ਉਹਨਾਂ ਨੇ ਨਹੀਂ ਕਰਨੀ ਡਿਸਕਾਊਂਟ ਫਿਰ ਅੱਛਾ ਜੀ ਉਹਨਾਂ ਦੇਣੀਆਂ ਹੀ ਨਹੀਂ ਹੈ ਉਹ ਆ ਬਾਈ ਮਾਰ ਕਰ ਸਮਝ ਜਾ ਸਾਡੀਆਂ ਦੱਸਿਓ ਮੈਂ ਦੁਕਾਨ ਤੋਂ ਆਪ ਕੇ ਆਇਆ ਹਾਂ ਬਸ ਮੈਨੂੰ ਨਾਮ ਕਿਹਾ ਨਹੀਂ ਬਚਿਆ ਕਿ ਤੁਸੀਂ ਆਏ ਨੇ ਕਦੋਂ ਮੈਂ ਆਇਆ ਉਦੋਂ ਆਇਆ ਅਰੇ ਹੋਲੀ ਹੈ ਤੇ ਹਾਂ ਸਾਡਾ ਦੇ ਵਿੱਚ ਪੱਟੀ ਪੱਟੀ ਹੋਣੀ ਬਸ ਸਾਡੇ ਨੰਬਰਾਂ ਜੀ ਸਾਡਾ ਦੇ ਬਾਰਡਰ ਲਾ ਕੇ
ਆ ਹੁਣ ਮੈਂ ਲਿਆ 30 ਰੁਪਏ ਆ ਜਿਹੜਾ ਅੱਗੇ ਮੈਂ ਕਰਕੇ ਆਇਆ 1700 ਫੁੱਟ ਮਲਕਾਂ ਦਾ ਪਾਪਾ ਮੁੜ ਗਿਆ ਹਾਂ ਚਲੋ ਛਾਨੀ ਇਹਨੂੰ ਕਿੱਥੇ ਹੀ ਆ ਫੋਨ ਨੂੰ ਆਖਾਂ ਮੈਂ ਸਾਲ ਸੁਬਾ ਲੈ ਕੇ ਆਵੀਂ ਯਾਰ ਐਸੇ ਬੰਦੇ ਮੇਰਾ ਬੂਹਾ ਵੀ ਲੱਗ ਗਿਆ ਉਹ ਵੀ ਕਾਲਾ ਕਰਦਾ ਰਿਹਾ ਮੇਰਾ ਬੂਹਾ ਵੀ ਹੋ ਗਈ ਇਹ